ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਅੱਜ ਅਸੀਂ ਸੱਚੇ ਪਾਤਸ਼ਾਹ ਦੇ ਉਹ ਹੁਕਮ ਜਿਹੜੇ ਅਹਿਮ ਸਾਨੂੰ ਝੋਟ ਮਾਰਦੇ ਹਨ ਉਹਨਾਂ ਬਾਰੇ ਗੱਲ ਕਰਨੀ ਹੈ। ਤੋ ਗ੍ਰੰਥ ਨੰਬਰ 21 311 ਸਫਾ ਕਹਿੰਦਾ ਹੈ, ਇਹ ਪੂਰਨ ਨਹੀਂ, ਇਹ ਪੂਰਨ ਨਹੀਂ, ਪੁਰੀਆਂ ਤੋਂ ਪਰੇ ਤੁਹਾਡਾ ਕਾਟ। ਜਿਸ ਨੂੰ ਤੁਸੀਂ ਸਮਝ ਰਹੇ ਹੋ ਇਹਦਾ ਘਾਟ ਕਿੱਥੋਂ ਤੱਕ ਹੈ, ਸਾਡਾ ਘਾਟ ਤੇ ਕਿਤੇ ਪੁਰੀਆਂ ਤੋਂ ਪਰੇ ਤੁਹਾਡਾ ਘਾਟ ਹੈ। ਤੱਤਾਂ ਵਾਲਾ ਵੇਖ ਕੇ ਭੁੱਲ ਨਾ ਕੋਈ ਕਮਾਈ ਆ। ਕਹਿੰਦਾ ਮਹਾਰਾਜ ਪੂਰਨ ਸਿੰਘ ਜੀ ਜਿਹੜਾ ਸੱਚੇ ਪਾਤਸ਼ਾਹ ਜੀ, ਇਹ ਪੁਰੀਆਂ ਤੋਂ ਪਰੇ ਤੁਹਾਡਾ ਘਾਟ ਆ ਕਿ ਇਹਨਾਂ ਤੋਂ ਪਰੇ ਤੱਕ ਵੀ ਇਹਨੇ ਤੁਹਾਨੂੰ ਖੜਨਾ ਹੈ। ਇਹਨੂੰ ਬਾਹਰੋਂ ਸਰੀਰ ਵਾਲਾ ਤੱਤਾਂ ਵਾਲਾ ਵੇਖ ਕੇ ਭੁੱਲ ਨਹੀਂ ਜਾਣਾ। ਇਹ ਸਰਗੁਣ ਰੂਪ ਤੱਤਾਂ ਵਾਲਾ ਹੈ ਜਾਂ ਬੰਦਾ ਹੈ, ਮਨੁੱਖ ਹੈ, ਇਹ ਕਿਤੇ ਭੁੱਲ ਨਾ ਕਰ ਲਿਓ। ਕਿਉਂਕਿ ਉਹ ਕਹਿੰਦਾ ਕੀ ਹੈ, ਇਹ ਗ੍ਰੰਥ ਨੰਬਰ 21 ਦੇ 311 ਤੇ ਕਹਿੰਦਾ, ਜਿਸ ਤਰ੍ਹਾਂ ਪੂਰਾ ਕਰਨਾ ਭਿਖਤ ਵਾਕ, ਪੂਰਨ ਵਿੱਚ ਪੂਰਨ ਹੋ ਕੇ ਡੇਰਾ ਲਾਇਆ। ਪਰਮੇਸ਼ਰ ਪੂਰਨ ਨੇ, ਅਕਾਲ ਪੁਰਖ ਨੇ, ਅਤੇ ਮਹਾਰਾਜ ਪੂਰਨ ਸਿੰਘ ਦੇ ਵਿੱਚ ਡੇਰਾ ਲਾ ਲਿਆ ਔਰ ਇੱਕ ਰੂਪ ਬਣ ਗਏ। ਥੋੜ੍ਹਾ ਸਮਾਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਾਲਾ ਛੱਡ ਜਾਣਾ ਸਾਕ, ਜਿਹੜੇ ਅੱਖਾਂ ਰਾਹੀਂ ਦਿਸਦਾ, ਇਹਨੇ ਥੋੜ੍ਹਾ ਹੀ ਸਮਾਂ ਆ, ਇਹਨੇ ਤੁਹਾਡੀ ਜਿਹੜੀ ਸ੍ਰਿਸ਼ਟੀ ਵਾਲੇ ਰਿਸ਼ਤੇ ਬਣਾਏ ਆ ਇਹ ਖਤਮ ਕਰ ਦੇਣੇ ਆ। ਸਾਕਾ ਅਗਲਾ ਦੇਣਾ ਬਦਲਾਈ ਆ, ਅੱਗੇ ਇਹਨੇ ਜਿਹੜਾ ਸਾਕਾ ਉਹ ਬਦਲ ਦੇਣਾ ਆ। ਵੇਖਿਓ ਕਿਤੇ ਨਫ਼ਰਤ ਨਾ ਕਰ ਲਿਓ। ਜਿਸ ਵੱਲ ਨਿਗਾਹ ਕਰ ਲਿਆ ਝਾਕ, ਆਂਦਾ ਵੀ ਜਦੋਂ ਇਹਨੇ ਬਦਲਤਾ, ਜੇ ਛੱਡ ਦੇਣਾ ਸਾਗ ਸੰਸਾਰ ਵਾਲਾ, ਜਿਸ ਵੱਲ ਨਿਗਾਹ ਕਰਕੇ ਲਿਆ ਝਾਕ, ਪਰਦਾ ਸਹਿਜੇ ਦੇਣਾ ਖੁਲਾਈ ਆ। ਬਸ ਇਹਦੀ ਨਿਗਾਹ ਹੀ ਹੈ ਮੇਰ ਦੀ, ਜਿੱਧਰ ਵੱਲ ਝਾਕ ਲਿਆ ਤੇ ਇਹਨੇ ਪਰਦਾ ਖੋਲ੍ਹ ਦੇਣਾ। ਜੋ ਆਤਮਾ ਪਰਮਾਤਮਾ ਦਾ ਮੇਲ ਕਰਕੇ ਇਤਫਾਕ, ਆਂਦਾ ਵੀ ਝਾਕਦਿਆਂ ਹੀ ਤੁਹਾਡੇ ਆਤਮਾ ਤੇ ਪਰਮਾਤਮਾ ਦਾ ਮੇਲ ਕਰਾ ਦੇਣਾ। ਇਤਫਾਕੀ ਆਪਣਾ ਜੋੜ ਜੜਾਈ ਆ, ਜਨਮ ਕਰਨ ਦੀ ਮੈਲ ਦੇਣੀ ਕਾਟ, ਕੁਟੀਆ ਕਾਇਆ ਗੜ੍ਹ ਸੁਹਾਈ ਆ। ਤੁਹਾਡੇ ਜਿਹੜੀ ਕਾਇਆ ਦੀ ਮੈਲ ਆ ਇਹ ਉਹਨੇ ਢਾਹ ਦੇਣੀ। ਜੋ ਜਿਹੜੇ ਚਰਨ ਕਵਲ ਪੰਧ ਮਾਰ ਕੇ ਆਉਂਦੇ ਵਾਟ, ਇਹਨਾਂ ਦੀ ਵਾਟ ਅਗਲੀ ਦੇਣੀ ਮੁਕਾਈ ਆ। ਜਿਹੜੇ ਆਏ ਆ ਇਹਨਾਂ ਦੀ ਅਗਲੀ ਵਾਟ ਵੀ ਖਤਮ ਕਰ ਦੇਣੀ ਔਰ ਪਹੁੰਚਾ ਦੇਣਾ। ਇਹ ਪੂਰਨ ਨਹੀਂ, ਪੁਰੀਆਂ ਤੋਂ ਪਰੇ ਤੁਹਾਡਾ ਘਾਟ, ਤੱਤਾਂ ਵਾਲਾ ਵੇਖ ਕੇ ਭੁੱਲ ਨਾ ਕੋਈ ਜਾਈ, ਭੁੱਲ ਨਾ ਕੋਈ ਕਮਾਈ ਆ। ਇਹ ਨਹੀਂ ਭੁੱਲ ਕਰਨੀ ਕਿਤੇ। ਗੁਰ ਅਵਤਾਰ ਪੈਗੰਬਰ ਜਿਸ ਦੀ ਸਾਖ, ਸਾਖਿਆਤ ਬੈਠਾ ਸੋਭਾ ਪਾਈ ਆ। ਕੌਣ? ਨਿਰੰਕਾਰ ਅਤੇ ਮਹਾਰਾਜ ਪੂਰਨ ਸਿੰਘ ਇੱਕ ਰੂਪ ਨੇ। ਔਰ ਇਹਨਾਂ ਨੂੰ ਕਿਤੇ ਸਰੀਰ ਵਾਲਾ ਨਾ ਸਮਝ ਲਿਓ। ਔਰ ਅਕਾਲ ਪੁਰਖ ਜਿਹੜਾ ਉਹ ਕਹਿੰਦੇ ਆ ਵੀ ਇਹ ਸਾਖ ਹੈ ਇਹਨਾਂ ਦੇ ਗੁਰੂ ਪੀਰ ਪੈਗੰਬਰ। ਕਿਹਦੇ? ਤੱਤਾਂ ਵਾਲਾ ਭੁੱਲ ਕੇ ਨਾ ਕੋਈ ਕਮਾਈ ਆ। ਗੁਰ ਅਵਤਾਰ ਪੈਗੰਬਰ ਜਿਸ ਦੀ ਸਾਖ, ਸਾਖਿਆਤ ਬੈਠਾ ਸੋਭਾ ਪਾਈ। ਉਹ ਸਾਹਮਣੇ ਬੈਠਾ, ਇਹਦੀ ਸਾਖ ਨੇ ਗੁਰੂ ਪੀਰ ਪੈਗੰਬਰ। ਪਿੱਛੇ ਯਾਦ ਕਰਾਉਣਾ, ਗੋਬਿੰਦ ਨੇ ਸਿੱਖੀ ਬਣਾਈ ਪਹਿਲੀ ਵਿਸਾਖ, ਗੁਰਮੁਖਾਂ ਦੀ ਸਿੱਖੀ ਸਦਾ ਦੇਣੀ ਬਣਾਈ ਹੈ। ਤੁਸੀਂ ਦੂਰ ਰਹੋ ਅਤੇ ਮੈਂ ਵਸਾਂ ਤੁਹਾਡੇ ਪਾਸ। ਆਂਦੇ ਤੁਸੀਂ ਤਾਂ ਦੂਰ ਮੇਰੇ ਕੋਲ ਆਣ ਕੇ ਮੇਰੇ ਵੱਲ ਜਦੋਂ ਬਦਲ ਜਾਂਦੇ ਜੋ, ਜਿੰਨਾ ਚਿਰ ਆਉਂਦੇ ਉਨਾ ਚਿਰ ਤੁਹਾਡੀ ਯਾਦ ਰਹਿੰਦੀ, ਮੁੜ ਕੇ ਸੰਸਾਰੀ ਹੋ ਜਾਂਦੇ ਜੋ। ਤੁਸੀਂ ਦੂਰ ਰਹੋ ਮੈਂ ਵਸਾਂ ਤੁਹਾਡੇ ਪਾਸ, ਰਾਤੀ ਸੁੱਤਿਆਂ ਫੜ ਫੜ ਲਵਾਂ ਉਠਾਈ ਆ, ਫੇਰ ਦੱਸਾਂ। ਆਂਦੇ ਵੀ ਰਾਤੀ ਸੁੱਤਿਆਂ ਮੈਂ ਤੁਹਾਨੂੰ ਫੜ ਫੜ ਕੇ ਉਠਾਉਣਾ ਆ, ਫੇਰ ਦੱਸਾਂ ਤੂੰ ਮੇਰਾ ਮੈਂ ਤੇਰਾ, ਦੋਵਾਂ ਦਾ ਸਾਂਝਾ ਜਾਪ। ਕਹਿੰਦਾ ਫੇਰ ਤੁਹਾਨੂੰ ਦੱਸਦਾ ਮੈਂ। ਮਹਾਰਾਜ ਪੂਰਨ ਸਿੰਘ ਜੀ ਕੀ ਕਰਦੇ ਸਾਨੂੰ ਆਂਦੇ ਨੇ, ਫੇਰ ਦੱਸਾਂ ਤੂੰ ਮੇਰਾ ਮੈਂ ਤੇਰਾ, ਦੋਹਾਂ ਦਾ ਸਾਂਝਾ ਜਾਪ, ਦੂਜਾ ਨਜ਼ਰ ਕੋਈ ਨਾ ਆਈਆ। ਗੋਦੀ ਵਿੱਚ ਚੁੱਕ ਕੇ ਕੀ ਕਰਦੇ ਨੇ ਸਾਨੂੰ? ਗੋਦੀ ਚੁੱਕ ਕੇ ਕਹਾਂ ਉਹ ਤੁਹਾਡਾ ਬਾਪ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਵੀ ਨਿਰਗੁਣ ਨਿਰੰਕਾਰ ਜਿਹੜਾ ਉਹ ਤੁਹਾਡਾ ਬਾਪ ਹੈ ਔਰ ਜਿਹਨੂੰ ਜਨਮੇ ਕੋਈ ਨਾ ਮਾਈਆ। ਆਂਦਾ ਵੀ ਮੈਂ ਇਹ ਵੀ ਖੇਲ ਕਰ ਦਿੰਦਾ, ਜੋਤੀ ਜੋ ਸਰੂਪਾ ਰੱਬ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਿਖਾਈ ਆ। ਸੰਮਤ ਕਹਿ ਸ਼ਬਦ ਗੁਰੂ ਮੈਂ ਆਇਆ, ਚੌਥੇ ਯੁੱਗ ਵੇਸ ਵਟਾਈਆ। ਸਭ ਨੇ ਵਕਤ ਆਉਣਾ ਔਖਾ, ਔਖੀ ਘੜੀ ਦੈ ਗਵਾਈਆ। ਕਹਿੰਦਾ ਵੀ ਇੰਨਾ ਔਖਾ ਕੰਮ ਆ ਜਾਣਾ, ਕਿਸੇ ਕੰਮ ਨਹੀਂ ਆਉਣਾ ਪੜ੍ਹਿਆ ਪੋਤਾ ਨੇ। ਕਿੰਨੇ ਗ੍ਰੰਥ ਕਿੰਨਾ ਕੁਛ ਪੜ੍ਹ ਲਿਆ, ਕੰਮ ਨਹੀਂ ਆਉਣਾ।
ਪੁਸਤਕ ਰਹਿ ਕੁਰਲਾਈਆ, ਨੇਤਰ ਰੋਵਣ ਰੋਵਣ 14 ਲੋਕਾਂ, 14 ਤਬਕ ਦੇਣ ਦਵਾਈਆ, ਸਾਬਤ ਰਹਿ ਨਾ ਕਿਸੇ ਜਗਤ ਸਾਧ ਦਾ ਕੋਠਾ, ਤਨ ਮਾਟੀ ਖਾਕ ਨਾ ਕੋਈ ਵਡਿਆਈਆ। ਸਭ ਦਾ ਖਾਲੀ ਹੋਣਾ ਲੋਟਾ, ਲੁਟਿਆ ਸਭ ਦੀ ਦੇਣੀ ਰੁੜਾਈਆ, ਕੋਈ ਮੰਜ਼ਲ ਚੜ੍ਹ ਨਾ ਸਕੇ ਪੋਟਾ, ਪੁੱਟ ਕੇ ਜੜ ਬੂਟੇ ਦਿਨੇ ਸੁਕਾਈਆ। ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਾ ਘਰ ਸੱਜਣ ਲੈ ਵਡਿਆਈਆ। ਚੰਨ ਭਗਤੋ ਪਹਿਲੋਂ ਗੋਬਿੰਦ ਨਾਲ ਜੋੜ ਕੇ ਜਰਾਨਾ ਯਾਰੀ, ਸਾਚੀ ਇੱਕ ਬਣਾਈਆ, ਰਹਿਣ ਦੇਵੇ ਨਾ ਕੋਈ ਬਗਾਨਾ, ਦਰ ਠਾਂਡੇ ਮੇਲ ਮਲਾਈਆ, ਫੇਰ ਮਿਲਾ ਕੇ ਨਾਲ ਸ੍ਰੀ ਭਗਵਾਨਾ, ਭਾਗ ਸਭ ਦਾ ਦਿੱਤਾ ਜਣਾਈਆ। ਜਿਹੜਾ 184 ਦਾ ਕਾਨਾ, ਸੋ ਸਹਿ ਸੁਆਮੀ ਤੁਹਾਡੀ ਸੇਵ ਕਮਾਈ ਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਖੇਲ ਕਰੇ ਤੁਰਦਾ ਪੋਪ, ਆਪਣਾ ਹੁਕਮ ਵਰਤਾਈਆ, ਪੁਰਖ ਅਕਾਲ ਨੇ ਸਭ ਕੁਝ ਪੂਰਨ ਨੂੰ ਦਿੱਤਾ ਸੌਂ। ਮਹਾਰਾਜ ਪੂਰਨ ਸਿੰਘ ਨੂੰ ਪੁਰਖ ਅਕਾਲ ਨੇ ਸਭ ਕੁਝ ਸੌਂਪਤਾ, ਬਾਕੀ ਅਵਰ ਨਾ ਕੋਈ ਰਖਾਈਆ। ਫਿਰ ਆਂਦੇ ਨਾਮ ਦਾਤ ਬਖਸ਼ ਕੇ ਉਹ ਅਗੰਮੀ ਤੋਪ, ਜੋ ਤੋਪ ਤੁਖਮ ਤਸੀਰ ਦੁਨੀ ਦੇ ਬਦਲਈਆ। ਜਿਹੜੀ ਦੁਨੀਆ ਦੀ ਸਾਰੀ ਉਹਨੇ ਬਦਲ ਦੇਣੀ। ਤੋ ਅੱਗੇ ਕਹਿੰਦਾ ਹੈ, ਤੁਸੀਂ ਥੋੜ੍ਹੇ ਪ੍ਰਭ ਨੂੰ ਦੋ ਜਹਾਨ ਨਾਲੋਂ ਬਹੁਤ, ਜੋ ਮੈਦਾਨ ਵਿੱਚ ਸਮਾਜ ਕਹਿ ਤੜਾਈ ਆ। ਜਿਹੜੇ ਸਮਾਜ ਟੜ ਗਏ ਉਹ ਤੁਸੀਂ ਥੋੜ੍ਹੇ ਆ, ਬਹੁਤ ਆ ਮੈਨੂੰ। ਤੁਹਾਡਾ ਇਸ਼ਟ ਇੱਕ ਨਿਰਮਲ ਜੋਤ, ਦੂਜਾ ਸਿਰ ਨਾ ਕੋਈ ਨਵਾਈ ਆ। ਜਿਹੜਾ ਮਾਲਕ ਤੁਹਾਡਾ ਕਦੇ ਨਾ ਹੋਵੇ ਫੌਤ, ਮਰਦਾ ਨਹੀਂ, ਮਰ ਕੇ ਆਪਣਾ ਆਪ ਗਵਾਈਆ। ਸਤਿਗੁਰ ਪੂਰਨ ਦਰਸ਼ਨ ਮੰਗੋ ਰੋਜ਼, ਸਤਿਗੁਰ ਪੂਰਨ ਦਰਸ਼ਨ ਮੰਗੋ ਰੋਜ਼, ਬਿਨ ਰੋਜੇ ਨਮਾਜ਼ ਤੋਂ ਕਰ ਕਰ ਦਰਸ਼ਨ ਦੇ ਵਿਖਾਈ। ਆਂਦੇ ਰੋਜ਼ ਦਰਸ਼ਨ ਮੰਗੋ, ਮੈਂ ਰੋਜੇ ਨਮਾਜ਼ ਤੋਂ ਬਿਨਾਂ ਹੀ ਦਰਸ਼ਨ ਦੇਵਾਂਗਾ। ਮਿਹਰ ਨਾ ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਿਖਾਈ ਆ। ਸਦੀ 14ਵੀਂ ਕਹਿ ਹੁਣ ਪੂਰਨ ਬੰਦਿਆਂ ਵਰਗਾ ਨਹੀਂ ਰਹਿਣਾ ਬੰਦਾ, ਬੰਦਗੀ ਵਾਲਿਓ। ਮਹਾਰਾਜ ਪੂਰਨ ਸਿੰਘ ਜਿੱਦਾਂ ਤੁਸੀਂ ਬੰਦਿਆਂ ਵੇਖਦੇ ਉੱਦਾਂ ਨਹੀਂ ਰਹਿਣਾ, ਬੰਦਗੀ ਵਾਲਿਆਂ ਦੀ ਦਿਆਂ ਜਣਾਈ ਆ। ਇੰਡਾ ਮਨੁੱਖਾਂ ਵਾਲਾ ਨਹੀਂ ਰਹਿਣਾ ਧੰਦਾ, ਵੇਸ ਜਾਣਾ ਬਦਲਾਈ ਆ। ਕਿਸੇ ਨਹੀਂ ਸਮਝਣਾ ਚੰਗਾ ਕਿ ਮੰਦਾ, ਚੰਗਾ ਮੰਦਾ ਆਪਣੇ ਵਿੱਚ ਸਿਪਾਈ ਆ। ਉਹ ਕਹਿੰਦਾ ਪੂਰਨ ਪਰਮੇਸ਼ਰ ਮਿਲਿਆ ਆਣ, ਆਣ ਸਭ ਨੂੰ ਰਿਆ ਪਾਈ ਆ। ਸਿਸ਼ਟ ਸਬਾਈ ਦਿਸੇ ਮਹਾਰਾਜ ਸ਼ੇਰ ਸਿੰਘ, ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ, ਨਜ਼ਰ ਕਿਸੇ ਨਾ ਆਈ ਆ। ਵੇਖੋ ਬਣਿਆ ਹਰ ਸ਼ੈਤਾਨ, ਸ਼ਰਾ ਉਲਟੀ ਆਪੇ ਚਲਾਈ ਆ। ਨਿਰਗੁਣ ਵਸਿਆ ਆਪ ਮਾਮ, ਸਰਗੁਣ ਪੜਦਾ ਉੱਤੇ ਪਾਈ ਆ। ਸਰਗੁਣ ਪੜਦਾ ਉੱਤੇ ਪਾਈ ਆ। ਪੂਰਨ ਕਰਿਆ ਰੂਪ ਕਾਮ, ਪੂਰਨ ਕਰਿਆ ਪੂਰਾ ਕਾਮ, ਨਿਕਰਮੀ ਕਰਮ ਕਾਂਡ ਨਾ ਕੋਈ ਜਨਾਈਆ। ਗੋਬਿੰਦ ਕੀਤੀ ਆਪ ਪਹਿਚਾਨ, ਪਿਛਲਾ ਪੜਦਾ ਰਿਹਾ ਚੁਕਾਈਆ। ਸੰਭਲ ਖੇੜਾ ਕਰ ਪ੍ਰਵਾਨ, ਪ੍ਰਵਾਨਾ ਕਰ ਕਰ ਰਿਹਾ ਉਚਾਈਆ। ਤੇ ਉਹ ਅੱਗੇ ਕਹਿੰਦਾ ਹੈ, ਸਤਰੰਗ ਕਹਿਣ ਪੂਰਨ ਨਹੀਂ ਪਰਮੇਸ਼ਰ ਪੂਰਨ, ਪੂਰਨ ਪੂਰਨ ਵਿੱਚ ਸਮਾਈ ਆ। ਇਹ ਅਕਾਲ ਪੁਰਖ ਜਿਹੜਾ ਉਹ ਸਮਾਇਆ ਹੋਇਆ। ਬਿਨ ਪੂਰਨ ਤੋਂ ਪੂਰਨ ਪ੍ਰਭ ਨੂੰ ਲੱਭੀ ਕੋਈ ਨਾ ਜਗ੍ਹਾ, ਆਸਣ ਸੋਭਾ ਕੋਈ ਨਾ ਪਾਈਆ। ਜੇ ਕਹਿ ਪੂਰਨ ਸਿੰਘ ਕੀਤਾ ਦਕਾ, ਸਤਰੰਗ ਕਹਿਣ ਇਹ ਵੀ ਦਈਏ ਜਣਾਈ ਆ। ਇੱਕ ਹੀ ਚੀਜ਼ ਕਹਿੰਦਾ, ਬਿਨ ਪੂਰਨ ਤੋਂ ਪੂਰਨ ਪ੍ਰਭ ਦਾ ਚੱਲੇ ਕੋਈ ਨਾ ਅੱਗਾ, ਪਿੱਛਾ ਸਮਝ ਨਾ ਕਿਸੇ ਸਮਝਾਈ ਆ। ਕਿਸੇ ਦੀ ਸਮਝ 'ਚ ਆਉਣਾ ਹੀ ਨਹੀਂ ਪਿੱਛਾ ਕੀ ਹੈ। ਫਿਰ ਅੱਗੇ ਕਹਿੰਦਾ ਹੈ, ਅਕਾਲ ਪੁਰਖ ਗੋਬਿੰਦ ਕਹਿ 17 ਹਾੜ ਸੈਂਸਾਈ ਸੰਮਤ 5 ਨੂੰ ਕਹਿੰਦੇ ਨੇ। ਸਵੇਰੇ 2:30 ਵਜੇ ਲਿਖਤ ਹੋਈ ਹਰ ਭਗਤ ਵਾਰ ਦੇ ਵਿੱਚ, 21 ਨੰਬਰ ਗ੍ਰਾਸ ਦੇ 1394-95 ਤੇ ਆ। ਗੋਬਿੰਦ ਕਹਿ ਮਾਤਾ ਛੱਡਦੇ ਪਿਛਲਾ ਖਿਆਲ, ਅੰਤਸ਼ ਲੈ ਬਦਲਾਈ ਆ। ਜਿਹੜਾ ਗੋਦੀ ਚੁੱਕਿਆ ਬਾਲ, ਨੰਨਾ ਆ ਪਟਾਈਆ। ਜਿਸ ਨੂੰ ਕਹਿੰਦੀ ਰਹੀ ਲਾਲ, ਮਾਤਾ ਬਿਸ਼ਨ ਕੌਰ ਜੀ ਨੇ ਨੂੰ ਚੁੱਕਿਆ ਹੋਇਆ ਸੀਗਾ। ਔਰ ਉਹ ਕਹਿੰਦੇ ਵੀ ਜਿਹੜਾ ਤੂੰ ਬਾਲ ਚੁੱਕਦੀ ਰਹੀ ਗੋਦੀ ਤੇ ਨੰਨਾ ਉਠਾਉਂਦੀ ਰਹੀ ਆ ਛੋਟੇ ਛੋਟੇ ਬੱਚੇ ਦੇ ਤੌਰ 'ਤੇ, ਜਿਸ ਨੂੰ ਕਹਿੰਦੀ ਰਹੀ ਲਾਲ, ਖੁਸ਼ੀਆਂ ਨਾਲ ਬੁਲਾਈ ਆ, ਉਹ ਬਣ ਕੇ ਪੁਰਖ ਅਕਾਲ। ਗੋਬਿੰਦ ਕੀ ਕਹਿੰਦੇ ਆ, ਮਾਤਾ ਛੱਡਦੇ ਪਿਛਲਾ ਖਿਆਲ, ਅੰਤਸ ਲੈ ਬਦਲਾਈ ਆ। ਗੋਦੀ ਜਿੱਦਾਂ ਬੱਚਾ ਚੁੱਕਦੀ ਰਹੀ, ਜਿਹਨੂੰ ਕਹਿੰਦੀ ਰਹੀ ਲਾਲ, ਖੁਸ਼ੀਆਂ ਨਾਲ ਬੁਲਾਈ ਆ, ਉਹ ਬਣ ਕੇ ਪੁਰਖ ਅਕਾਲ ਆਪਣਾ ਰੂਪ ਆਇਆ ਬਦਲਾਈ ਆ। ਉਹ ਬਣ ਕੇ ਪੁਰਖ ਅਕਾਲ ਆਪਣਾ ਰੂਪ ਆਇਆ ਬਦਲਾਈ ਆ। 17 ਹਾੜ ਕਹਿ ਪੂਰਨ ਦੀ ਮਾਤਾ ਬੈਠ ਗਈ ਗੋਦੀ। 17 ਹਾੜ ਕਹਿ ਪੁੱਤ ਦੀ ਮਾਤਾ ਬੈਠ ਕੇ ਗੋਦੀ, ਪਿਤਾ ਪੁਰਖ ਅਕਾਲ ਆਇਆ ਰੂਪ ਬਦਲਾਈ ਆ। ਪਿਤਾ ਪੁਰਖ ਅਕਾਲ ਕੀ ਆ, ਰੂਪ ਬਦਲ ਕੇ ਆ ਗਿਆ। ਜਿਸ ਨੂੰ ਕਹਿੰਦੀ ਪੂਰਨ ਜੋਤੀ, ਉਹ ਜੋਤੀ ਜਾਤਾ ਵੇਖ ਆਈ ਆ।
ਜਿਸ ਨੂੰ ਪੂਰਨ ਜੋਤੀ ਕਹਿੰਦੇ ਸਾਂ, ਉਹ ਕੌਣ ਕੀ? ਉਹ ਜੋਤੀ ਜਾਤਾ ਵੇਖ ਵਿਖਾਈ। ਬਿਸ਼ਨ ਕੌਰ ਕਹੇ, ਜਿਸ ਪੂਰ ਨੇ ਮੈਨੂੰ ਚੁੱਕਿਆ ਆਪਣੀ ਪੱਟੀ, ਪਟਨੇ ਵਾਲਾ ਵੇਸ ਵਟਾਈ। ਆਂਦੀ ਜਿਹਨੇ ਮੈਨੂੰ ਪੱਟਾਂ 'ਤੇ ਚੁੱਕਿਆ ਉਹ ਕੌਣ ਹੈ? ਪਟਨੇ ਵਾਲੇ ਨੇ ਵੇਸ ਵੱਟ ਲਿਆ। ਜਿਸ ਪੂਰਨ ਨੂੰ ਕਹਿੰਦੀ ਰਹੀ ਪੁੱਤਰ, ਉਹ ਪੂਰਨ ਪਰਮੇਸ਼ਰ ਹੋ ਕੇ ਆਪਣੀ ਗੋਦ ਉਠਾਈ। ਜਿਹਨੂੰ ਪੁੱਤਰ ਕਹਿੰਦੀ ਰਹੀ ਉਹ ਪੂਰਨ ਪਰਮੇਸ਼ਰ ਹੋ ਕੇ ਆਪਣੀ ਗੋਦ ਉਠਾਉਣ ਲਿਆ। 17 ਹਾੜ ਕਹੇ, ਜਿੱਥੇ ਭਗਤਾਂ ਦੀ ਆਬਾਦੀ ਭਗਤ ਦੁਆਰਾ ਸੋਭਾ ਪਾਈ ਆ ਸਾਡੇ ਪਿਤਾ ਦੀ। 17 ਹਾੜ ਕਹਿੰਦਾ ਵੀ ਸਾਡੇ ਪਿਤਾ ਦੀ, ਭਗਤਾਂ ਨੂੰ ਸਾਰਿਆਂ ਨੂੰ, ਸਾਡੇ ਪਿਤਾ ਦੀ ਗੋਦੀ ਬੈਠ ਗਈ ਸਾਡੀ ਦਾਦੀ, ਦਾਵੇ ਨਾਲ ਜਲਾਈ ਆ। 19 ਹਾੜ ਨੂੰ ਕਹਿੰਦੇ ਨੇ, ਬਿਨਾਂ ਸਤਿਗੁਰ ਸ਼ਬਦ ਤੋਂ ਹੋਣ ਨਹੀਂ ਦੇਣਾ ਕਿਸੇ ਪਰਮਾਤਮਾ, ਬੰਦਿਆਂ ਵਰਗਾ ਬੰਦਾ ਪੂਰਨ ਪਰਮੇਸ਼ਰ ਦੱਸਣਾ ਸਭ ਦਾ ਪਿਤਾ ਮਾਈ। ਫਿਰ ਉਹ ਕਹਿੰਦੇ ਨੇ, ਫਿਰ ਸਤਿਗੁਰ ਕਹਿ ਭਗਤੋ ਤੁਹਾਡੇ ਨਾਲੋਂ ਨਹੀਂ ਹੋਣੀ ਛੋਟ, ਛੁੱਟੇ ਜਗਤ ਲੁਕਾਈ ਆ, ਤੁਸੀਂ ਥੋੜ੍ਹੇ ਪ੍ਰਭ ਨੂੰ ਦੋ ਜਹਾਨ ਨਾਲੋਂ ਬਹੁਤ, ਜੋ ਮੈਦਾਨ ਵਿੱਚ ਸਮਾਜ ਗਿਆ ਤਰਾਈ ਆ। ਤੋ ਇਸ ਕਰਕੇ ਪਰਮੇਸ਼ਰ ਕਹਿੰਦਾ ਹੈ ਕਿ ਇਹ ਗੱਲ ਕਿਤੇ ਭੁੱਲ ਨਾ ਜਾਇਓ, ਸਤਿਗੁਰ ਪੂਰਾ ਪੂਰਨ ਅੰਦਰ ਰਿਹਾ ਬੋਲ, ਸ਼ਬਦ ਗੁਰ ਆਪ ਖਵਾਈ ਆ, ਜੋਤੀ ਜੋ ਸਰੂਪ ਪਰ ਆਪ ਆਪਣੀ ਜੋਤ ਧਰ, ਆਪੇ ਵੇਖੇ ਆਪੇ ਦਿਸਣਾ ਆਇਂਦਾ। ਗ੍ਰੰਥ ਨੰਬਰ 8 ਚਾਹੁੰਦਾ ਵੀ ਆਪੇ ਵੇਂਦਾ ਆਪੇ ਦਿਸ ਨਹੀਂ ਆਉਣ ਡਿਆ। ਤੋ ਇਸ ਕਰਕੇ ਜਿਹੜਾ ਇਹ ਖੇਲ ਹੈ, ਨਿਰੰਕਾਰੀ ਖੇਲ, ਇਹ ਬਹੁਤ ਵੱਡਾ ਹੈ। ਤੋ ਸੱਚਖੰਡ ਦਰਬਾਰ ਦੇ ਵਿੱਚੋਂ ਇਹ ਜਿਹੜਾ ਵਿਸ਼ੇਸ਼ ਖੇਲ ਜਿਹੜਾ ਨਿਰਗੁਣ ਰੂਪੀ ਖੇਲ ਹੋਇਆ 2000 ਬਿਕਰਮੀ 26 ਪੋਹ ਤੋਂ, ਇਹ ਇੱਕ ਅਨੋਖਾ ਹੈ। ਔਰ ਇਹਦੇ ਵਿੱਚ ਸਿਫਰਾ ਰੂਪ ਵੀ ਹੈ, ਨਿਰਗੁਣ ਰੂਪ ਵੀ ਹੈ। ਜਦ ਨਬਜ਼ ਸਿਫਰਾ ਰੂਪ ਦਿਸੇ ਸੰਸਾਰ, ਸਿਫਰ ਕਹਿਣ ਡਿਆ, ਜਦ ਨਬਜ਼ ਬਣਦਾ ਹੈ, ਨਾੜੀ ਬੰਦ ਹੈ, ਨਾੜੀ ਦੇ ਨਾਲ ਸਰਗੁਣ ਚੱਲਦਾ ਹੈ, ਜਦ ਸਰਗੁਣ ਚੱਲਦਾ ਤੱਤ ਚੱਲਦੇ ਹਨ, ਲੇਕਿਨ ਇਹ ਕਿਹਦੇ ਨਾਲ ਚੱਲਦਾ ਹੈ? ਸ਼ਬਦ ਦੇ ਨਾਲ। ਔਰ ਸ਼ਬਦ ਦੇ ਨਾਲ ਜਿਹੜਾ ਚੱਲਣ ਵਾਲਾ ਸਰੀਰ ਕੀ ਬਣ ਗਿਆ? ਸ਼ਬਦ ਸਰੀਰ ਹੋਣਾ ਜੱਟ। ਔਰ ਇਹ ਜਿਹੜਾ ਸਰੀਰ ਰੂਪ ਕੀ ਬਣ ਗਿਆ? ਜੀਰੋ ਰੂਪ 'ਚ। ਔਰ ਖੇਲ ਕਿਹਦੇ ਨਾਲ ਹੋ ਗਿਆ? ਨਿਰਗੁਣ ਰੂਪ 'ਚ। ਤੋ ਸਾਰਾ ਹੀ ਇਹ ਖੇਲ ਜਿਹੜਾ ਹੈ 26 ਪੋਹ ਤੋਂ ਬਾਅਦ ਨਿਰਗੁਣ ਰੂਪ ਦੇ ਵਿੱਚ ਅਕਾਲ ਪੁਰਖ ਨੇ ਬਿਨਾਂ ਦੇਹ ਤੋਂ ਆਪਣੀ ਗੱਲ ਕੀਤੀ ਹੈ, ਜੋਤ ਰੂਪ ਹੋ ਕੇ ਗੱਲ ਕੀਤੀ ਹੈ। ਇਹੀ ਇੱਕ ਮਹਾਨ ਖੇਲ ਹੈ ਜਿਹੜਾ 26 ਪੋਹ ਤੋਂ 27 ਚੇਤ 1976 ਤੱਕ 1944 2000 ਬਿਕਰਮੀ ਤੋਂ ਇਹ ਇੱਕ ਖੇਲ ਮਹਾਨ ਖੇਲ ਹੈ। ਔਰ ਇਹ ਸੰਸਾਰ ਦੇ ਵਿੱਚ ਕਦੀ ਵੀ ਨਹੀਂ ਹੋਇਆ। ਸੋ ਮਹਾਰਾਜ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ।